हेलो स्टूडेंट्स, वेलकम टू हिस्ट्री क्लास। अज असी नवा क्वेश्चन शुरू करांगे। अज दा साडा क्वेश्चन है नेपोलियन दी महाद्वीपी प्रणाली दा वर्णन करो। इस क्वेश्चन विच किताब तो अलावा कुछ गल्लां मैं अपने हाथ नाल लिख के किताब के पेज ते पेस्ट कीतियां हन। इत्थों ही इस प्रश्न नूं असीं शुरू करांगे ते अगे ऐसी किताब विचों ही जारी रखांगे। शुरू करते हाँ। नेपोलियन दी महाद्वीपी प्रणाली दा वर्णन। 1799 ईस्वी विच फ्रांसीसी जनता ने सदियों तो चले आ रहे बुर्बो वंश के निरंकुश शासन का अंत करके फ्रांस विच पहले गणतंत्र की स्थापना की। परंतु 1804 ईस्वी विच नेपोलियन बोनापार्ट ने गणतंत्र का गला घोंट के अपने आप नूं फ्रांस का सम्राट घोषित कर दिता। नेपोलियन पूरे 10 साल यानी 1804 ईस्वी तो 14 ईस्वी तक सम्राट बनया रहा। इन्हां 10 सालों विच उसनूं निरंतर युद्ध लड़ने पे अते जिन्हां विचों ज़्यादातर युद्धां विच उसनूं जबरदस्त सफलतावां मिलियां सन। 1804 ईस्वी तो 14 ईस्वी दे विच यूरोप महाद्वीप का ज़्यादातर भाग नेपोलियन के अधीन सी। 1805 ईस्वी विच नेपोलियन अते इंग्लैंड दे विच ट्राफलगर का युद्ध होया, जिस विच नेपोलियन हार गया। यूरोप की प्रभुता प्राप्त करने दे लई इंग्लैंड नूं भी हराना बहुत जरूरी सी। ट्राफलगर दे युद्ध विच हार नाल नेपोलियन ने समझ लिया कि युद्धां विच अंग्रेज़ां यानी इंग्लैंड नूं हराना आसान नहीं है। शुरुआत विच नेपोलियन इंग्लिश चैनल नूं एक साधारण खाई समझदा सी, परंतु हुण वही खाई उसनूं एक ना पार किए जाने वाले समुद्र की तरह दिखाई देण लग पई सी। इत्थे तुहानूं इंग्लिश चैनल का अर्थ भी दसदा। फ्रांस अते इंग्लैंड के विचकार की समुद्री दूरी नूं इंग्लिश चैनल कहते हैं। अते नेपोलियन ने जल मार्ग तो इंग्लैंड ते जित प्राप्त करन दे विचार नूं छड़ दिता। उस समय उसके मंत्री मांट गैलार्ड ने उसनूं सुझाव दिता कि इंग्लैंड बाणियां का देश है या दुकानदारां का देश है अते उसनूं हराण दे लई उसके विरुद्ध आर्थिक युद्ध लड़िया जाना चाहिदा है। नेपोलियन नूं मंत्री मांट गैलार्ड का यह सुझाव पसंद आया अते उसने इंग्लैंड के विरुद्ध आर्थिक युद्ध छेड़न का फैसला कर लिया। नेपोलियन ये चंगी तरह जानता सी कि इंग्लैंड की खुशहाली उसके कारखानिਆਂ के कारण सी। इंग्लैंड
ਆਪਣੇ ਕਾਰਖਾਨਿਆਂ ਵਿੱਚ ਬਣਿਆ ਹੋਇਆ ਮਾਲ ਵਿਦੇਸ਼ਾਂ ਨੂੰ ਭੇਜਦਾ ਸੀ ਅਤੇ ਕੱਚਾ ਮਾਲ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਸੀ ਅਤੇ ਨੈਪੋਲੀਅਨ ਨੇ ਇੰਗਲੈਂਡ ਦੇ ਇਸ ਆਯਾਤ ਤੇ ਨਿਰਯਾਤ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਸਨੇ ਮਹਾਦੀਪੀ ਪ੍ਰਣਾਲੀ ਜਾਂ ਆਰਥਿਕ ਬਾਈਕਾਟ ਦੀ ਨੀਤੀ ਨੂੰ ਅਪਣਾਇਆ। ਇਹ ਮਹਾਦੀਪੀ ਵਿਵਸਥਾ 1806 ਈਸਵੀ ਤੋਂ ਲੈ ਕੇ 1814 ਈਸਵੀ ਤੱਕ ਚੱਲੀ। ਨੈਪੋਲੀਅਨ ਦੀ ਇਸ ਪੂਰੀ ਮਹਾਦੀਪੀ ਵਿਵਸਥਾ ਨੂੰ ਅਸੀਂ ਕੁਝ ਪੁਆਇੰਟਸ ਦੇ ਵਿੱਚ ਵੰਡ ਕੇ ਸਮਝ ਸਕਦੇ ਹਾਂ, ਜਿਨ੍ਹਾਂ ਵਿੱਚ ਪਹਿਲਾ ਸਾਡਾ ਪੁਆਇੰਟ ਬਣਦਾ ਹੈ ਮਹਾਦੀਪੀ ਵਿਵਸਥਾ ਦੇ ਕਾਰਨ। ਨੈਪੋਲੀਅਨ ਦੀ ਇਸ ਵਿਵਸਥਾ ਨੂੰ ਲਾਗੂ ਕਰਨ ਦੇ ਲਈ ਅਨੇਕ ਕਾਰਨ ਜ਼ਿੰਮੇਵਾਰ ਸਨ, ਜਿਨ੍ਹਾਂ ਵਿੱਚ ਪਹਿਲਾ ਹੈ ਨੈਪੋਲੀਅਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਇੰਗਲੈਂਡ ਦੀ ਸ਼ਕਤੀ ਦਾ ਮੂਲ ਆਧਾਰ ਉਸਦਾ ਵਿਦੇਸ਼ੀ ਵਪਾਰ ਹੈ। ਇੰਗਲੈਂਡ ਉਸ ਸਮੇਂ ਚੰਗਾ ਅਤੇ ਸਸਤਾ ਮਾਲ ਤਿਆਰ ਕਰਦਾ ਸੀ। ਇਸ ਮਾਲ ਦੀ ਯੂਰਪ ਦੇ ਹੋਰ ਦੇਸ਼ਾਂ ਵਿੱਚ ਬਹੁਤ ਮੰਗ ਸੀ। ਨੈਪੋਲੀਅਨ ਸੋਚਦਾ ਸੀ ਜੇਕਰ ਇੰਗਲੈਂਡ ਦੇ ਇਸ ਵਪਾਰ ਨੂੰ ਸਮਾਪਤ ਕਰ ਦਿੱਤਾ ਜਾਏ ਤਾਂ ਇਸ ਦੇ ਨਾਲ ਨਿਸ਼ਚਿਤ ਹੀ ਉਸ ਦੀ ਵਿੱਤੀ ਅਵਸਥਾ ਨੂੰ ਭਾਰੀ ਧੱਕਾ ਲੱਗੇਗਾ ਅਤੇ ਮਹਾਦੀਪੀ ਵਿਵਸਥਾ ਦਾ ਇੱਕ ਮੁੱਖ ਉਦੇਸ਼ ਇੰਗਲੈਂਡ ਦੇ ਵਿਦੇਸ਼ੀ ਵਪਾਰ ਨੂੰ ਸਮਾਪਤ ਕਰਨਾ ਸੀ। ਦੂਜਾ ਕਾਰਨ ਨੈਪੋਲੀਅਨ ਨੂੰ ਅਜਿਹਾ ਵਿਸ਼ਵਾਸ ਸੀ ਕਿ ਅੰਗਰੇਜ਼ੀ ਮਾਲ ਦੀ ਵਿਦੇਸ਼ਾਂ ਵਿੱਚ ਵਿਕਰੀ ਨਾ ਹੋਣ ਨਾਲ ਇੰਗਲੈਂਡ ਦੇ ਕਾਰਖਾਨੇ ਬੰਦ ਹੋ ਜਾਣਗੇ। ਉਸ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਬੇਕਾਰ ਹੋ ਜਾਣਗੇ, ਜਿਹਦੇ ਨਾਲ ਦੇਸ਼ ਵਿੱਚ ਅਸ਼ਾਂਤੀ ਅਤੇ ਅਸੰਤੋਸ਼ ਵਧੇਗਾ ਅਤੇ ਇੰਗਲੈਂਡ ਦੀ ਰਾਜਨੀਤਿਕ ਸਥਿਰਤਾ ਅਸਥਿਰ ਹੋ ਜਾਏਗੀ। ਇਹ ਅੰਦਰੂਨੀ ਅਵਵਸਥਾ ਇੰਗਲੈਂਡ ਨੂੰ ਪਰਾਜਿਤ ਕਰਨ ਦੇ ਵਿੱਚ ਉਪਯੋਗੀ ਸਿੱਧ ਹੋਵੇਗੀ। ਅਤੇ ਮਹਾਦੀਪੀ ਵਿਵਸਥਾ ਜਾਂ ਵਪਾਰਿਕ ਬਾਈਕਾਟ ਦਾ ਇੱਕ ਹੋਰ ਉਦੇਸ਼ ਇੰਗਲੈਂਡ ਦੇ ਉਦਯੋਗ ਧੰਦਿਆਂ ਨੂੰ ਬੰਦ ਕਰਕੇ ਦੇਸ਼ ਵਿੱਚ ਅੰਦਰੂਨੀ ਅਸ਼ਾਂਤੀ ਨੂੰ ਵਧਾਉਣਾ ਸੀ। ਅਗਲਾ ਕਾਰਨ ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਨੈਪੋਲੀਅਨ ਇਸ ਨੀਤੀ ਦੁਆਰਾ ਇੰਗਲੈਂਡ ਦੇ ਖਜ਼ਾਨੇ ਨੂੰ ਖਾਲੀ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਮਿੱਤਰ ਦੇਸ਼ਾਂ ਦੀ ਧਨ ਦੀ ਲੋੜ ਨੂੰ ਪੂਰਾ ਨਾ ਕਰ ਸਕੇ। ਨੈਪੋਲੀਅਨ ਦਾ ਇਹ ਵਿਚਾਰ ਸੀ ਕਿ ਮਹਾਦੀਪੀ ਵਿਵਸਥਾ ਦੇ ਲਾਗੂ ਹੋਣ 'ਤੇ ਇੰਗਲੈਂਡ, ਜੋ ਕਿ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਨਹੀਂ ਹੈ, ਫਰਾਂਸ ਨੂੰ ਸੋਨਾ ਚਾਂਦੀ ਦੇ ਕੇ ਅਨਾਜ ਖਰੀਦੇਗਾ। ਇਸ ਦੇ ਨਾਲ ਉਸਦੇ ਖਜ਼ਾਨੇ ਵਿੱਚ ਵੀ ਕਮੀ ਆਵੇਗੀ। ਅਗਲਾ ਕਾਰਨ ਹੈ ਨੈਪੋਲੀਅਨ ਦੀ ਇਸ ਨੀਤੀ ਦਾ ਇੱਕ ਹੋਰ ਉਦੇਸ਼ ਫਰਾਂਸ ਦੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਉਸ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸੀ। ਨੈਪੋਲੀਅਨ ਉਹਨਾਂ ਦੇਸ਼ਾਂ ਨੂੰ ਜਿਨ੍ਹਾਂ ਵਿੱਚ ਇੰਗਲੈਂਡ ਦਾ ਮਾਲ ਵਿਕਦਾ ਸੀ, ਹੁਣ ਫਰਾਂਸ ਦੇ ਮਾਲ ਦੀ ਮੰਡੀਆਂ ਬਣਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਉਹ ਫਰਾਂਸ ਨੂੰ ਇੱਕ ਨਵਾਂ ਆਰਥਿਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਸੰਬੰਧ ਵਿੱਚ ਇਤਿਹਾਸਕਾਰ ਆਰ ਪਾਮਰ ਲਿਖਦੇ ਹਨ ਕਿ ਮਹਾਦੀਪੀ ਵਿਵਸਥਾ ਇੰਗਲੈਂਡ ਦੇ ਵਪਾਰ ਨੂੰ ਬਰਬਾਦ ਕਰਨ ਦਾ ਇੱਕ ਤਰੀਕਾ ਸੀ। ਇਹ ਯੂਰਪ ਵਿੱਚ ਅਜਿਹੀ ਅਰਥ ਵਿਵਸਥਾ ਨੂੰ ਵਿਕਸਿਤ ਕਰਨ ਦੀ ਯੋਜਨਾ ਸੀ ਜਿਸ ਦਾ ਕੇਂਦਰ ਫਰਾਂਸ ਸੀ।
अगला पॉइंट है इस क्वेश्चन का, महाद्वीपी व्यवस्था ਨੂੰ लागू करना। महाद्वीपी व्यवस्था ਨੂੰ लागू ਕਰਨ ਦੇ ਲਈ ਨੈਪੋਲੀਅਨ ਨੇ ਕੁਝ ਆਦੇਸ਼ ਜਾਰੀ ਕੀਤੇ, ਜਿਨ੍ਹਾਂ ਵਿੱਚੋਂ ਪਹਿਲਾ ਹੈ ਬਰਲਿਨ ਆਦੇਸ਼। ਨੈਪੋਲੀਅਨ ਨੇ 21 ਨਵੰਬਰ 1806 ਈਸਵੀ ਦੇ ਦਿਨ ਬਰਲਿਨ ਆਦੇਸ਼ ਜਾਰੀ ਕੀਤਾ। ਇਸ ਆਦੇਸ਼ ਵਿੱਚ ਉਸਨੇ ਇਹ ਸਪਸ਼ਟ ਕੀਤਾ ਕਿ ਯੂਰਪ ਦਾ ਕੋਈ ਵੀ ਦੇਸ਼ ਇੰਗਲੈਂਡ ਦੇ ਨਾਲ ਵਪਾਰ ਨਹੀਂ ਕਰੇਗਾ। ਫਰਾਂਸ ਨੇ ਆਪਣੇ ਅਧੀਨ ਸਾਰੇ ਦੇਸ਼ਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਆਪਣੇ ਆਪਣੇ ਦੇਸ਼ ਵਿੱਚ ਬ੍ਰਿਟੇਨ ਦੇ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੈਣ ਅਤੇ ਉਹਨਾਂ ਦੀ ਸੰਪਤੀ ਜ਼ਬਤ ਕਰ ਲੈਣ। ਬਰਲਿਨ ਆਦੇਸ਼ ਦੇ ਉੱਤਰ ਵਿੱਚ ਅੰਗਰੇਜ਼ਾਂ ਜਾਂ ਇੰਗਲੈਂਡ ਨੇ 7 ਜਨਵਰੀ 1807 ਈਸਵੀ ਨੂੰ ਮੰਤਰੀ ਮੰਡਲ ਆਦੇਸ਼ ਜਾਰੀ ਕੀਤਾ। ਇਸ ਦੇ ਅਨੁਸਾਰ ਫਰਾਂਸ ਅਤੇ ਉਸ ਦੇ ਅਧੀਨ ਦੇਸ਼ਾਂ ਦੇ ਨਾਲ ਵਪਾਰ ਬਾਈਕਾਟ ਦੀ ਘੋਸ਼ਣਾ ਕੀਤੀ ਗਈ। ਇੰਗਲੈਂਡ ਦੀ ਇਸ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਨੈਪੋਲੀਅਨ ਨੇ ਆਪਣਾ ਇੱਕ ਹੋਰ ਵਾਰਸਾ ਆਦੇਸ਼ ਜਾਰੀ ਕੀਤਾ। ਦੂਜਾ ਪੁਆਇੰਟ ਅਸੀਂ ਬਣਾਵਾਂਗੇ ਵਾਰਸਾ ਆਦੇਸ਼। ਵਾਰਸਾ ਆਦੇਸ਼ 25 ਜਨਵਰੀ 1807 ਈਸਵੀ ਨੂੰ ਜਾਰੀ ਕੀਤਾ ਗਿਆ। ਇਸ ਦੇ ਦੁਆਰਾ ਪ੍ਰਸ਼ੀਆ ਅਤੇ ਹੈਨੋਵਰ ਦੇ ਸਮੁੰਦਰੀ ਕਿਨਾਰਿਆਂ 'ਤੇ ਅੰਗਰੇਜ਼ੀ ਮਾਲ ਦੇ ਆਉਣ 'ਤੇ ਅਤੇ ਜਾਣ 'ਤੇ ਰੋਕ ਲਾ ਦਿੱਤੀ ਗਈ। ਨੈਪੋਲੀਅਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਮਹਾਦੀਪੀ ਵਿਵਸਥਾ ਨੂੰ ਲਾਗੂ ਨਾ ਕਰਨ ਵਾਲੇ ਦੇਸ਼ਾਂ ਦੇ ਵਿਰੁੱਧ ਯੁੱਧ ਕੀਤਾ ਜਾਵੇਗਾ। ਇਸ ਤੋਂ ਅਗਲਾ ਆਦੇਸ਼ ਸੀ ਮਿਲਾਨ ਆਦੇਸ਼। 17 ਦਸੰਬਰ 1807 ਈਸਵੀ ਨੂੰ ਨੈਪੋਲੀਅਨ ਨੇ ਇੱਕ ਹੋਰ ਆਦੇਸ਼ ਇਟਲੀ ਦੇ ਨਗਰ ਮਿਲਾਨ ਤੋਂ ਜਾਰੀ ਕੀਤਾ। ਇਸ ਆਦੇਸ਼ ਦੇ ਅਨੁਸਾਰ ਘੋਸ਼ਣਾ ਕੀਤੀ ਗਈ ਕਿ ਜੋ ਵੀ ਜਹਾਜ਼ ਅੰਗਰੇਜ਼ੀ ਬੰਦਰਗਾਹ ਤੋਂ ਹੋ ਕੇ ਗੁਜ਼ਰੇਗਾ ਜਾਂ ਅੰਗਰੇਜ਼ਾਂ ਨੂੰ ਆਪਣੇ ਮਾਲ ਦੀ ਤਲਾਸ਼ੀ ਦੇਵੇਗਾ, ਉਸ ਨੂੰ ਜ਼ਬਤ ਕਰ ਲਿੱਤਾ ਜਾਏਗਾ। ਨੈਪੋਲੀਅਨ ਨੇ ਐਸੇ ਸ਼੍ਰੰਖਲਾ ਦੇ ਵਿੱਚ ਅਗਲਾ ਆਦੇਸ਼ ਜਾਰੀ ਕੀਤਾ, ਮਾਊਂਟੇਨ ਬਲੂ ਆਦੇਸ਼। ਮਹਾਦੀਪੀ ਵਿਵਸਥਾ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੇ ਲਈ ਨੈਪੋਲੀਅਨ ਨੇ 18 ਅਕਤੂਬਰ 1810 ਈਸਵੀ ਨੂੰ ਫਾਊਂਟੇਨ ਬਲੂ ਆਦੇਸ਼ ਜਾਰੀ ਕੀਤਾ। ਇਸ ਦੇ ਅਨੁਸਾਰ ਇਹ ਘੋਸ਼ਣਾ ਕੀਤੀ ਗਈ ਕਿ ਪਕੜਿਆ ਗਿਆ ਅੰਗਰੇਜ਼ੀ ਮਾਲ ਸਾੜ ਕੇ ਸੁਆਹ ਕਰ ਦਿੱਤਾ ਜਾਏ। ਇਹ ਵੀ ਘੋਸ਼ਣਾ ਹੋਈ ਕਿ ਇੰਗਲੈਂਡ ਦੇ ਨਾਲ ਅਵੈਧ ਵਪਾਰ ਕਰਨ ਦੇ ਸੰਬੰਧ ਵਿੱਚ ਸੂਚਨਾਵਾਂ ਦੇਣ ਵਾਲੇ ਵਿਅਕਤੀ ਨੂੰ ਭਾਰੀ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਵੈਧ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਫਰਾਂਸ ਦੇ ਵਿੱਚ ਇੱਕ ਵੱਖ ਅਦਾਲਤ ਵੀ ਸਥਾਪਿਤ ਕੀਤੀ ਗਈ। ਇਸ ਤਰ੍ਹਾਂ ਨੈਪੋਲੀਅਨ ਨੇ ਕੁਝ ਮਹੱਤਵਪੂਰਨ ਆਦੇਸ਼ਾਂ ਨੂੰ ਪਾਰਿਤ ਕਰਕੇ ਇੰਗਲੈਂਡ ਦੇ ਨਾਲ ਆਰਥਿਕ ਬਾਈਕਾਟ ਦੀ ਨੀਤੀ ਨੂੰ ਅਪਣਾਇਆ ਤਾਂ ਕਿ ਇੰਗਲੈਂਡ ਨੂੰ ਆਪਣੇ ਅਧੀਨ ਕੀਤਾ ਜਾ ਸਕੇ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅਸੀਂ ਅੱਗੇ ਜਾਰੀ ਰੱਖਦੇ ਹੋਏ ਦੁਬਾਰਾ ਫਿਰ ਮਿਲਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।